ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਜਸਵਿੰਦਰ ਸਿੰਘ, ਲੈਕਚਰਰ ਫਿਜ਼ਿਕਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਟੂ, ਜ਼ਿਲ੍ਹਾ ਬਰਨਾਲਾ। ਅੱਜ ਆਪਾਂ ਜੋ ਪ੍ਰੈਕਟੀਕਲ ਕਰਨ ਜਾ ਰਹੇ ਹਾਂ, ਉਹ ਹੈ ਸਕਰੂ ਗੇਜ ਦੀ ਸਹਾਇਤਾ ਨਾਲ ਕਿਸੇ ਦਿੱਤੀ ਵਾਇਰ ਦਾ ਡਾਇਆਮੀਟਰ ਮਾਪਣਾ ਅਤੇ ਕਿਸੇ ਦਿੱਤੀ ਹੋਈ ਸ਼ੀਟ ਦੀ ਥਿਕਨੈਸ ਨੂੰ ਮਾਪਣਾ। ਇਸ ਪ੍ਰੈਕਟੀਕਲ ਨੂੰ ਕਰਨ ਲਈ ਜੋ ਸਾਨੂੰ ਮਟੀਰੀਅਲ ਚਾਹੀਦਾ ਹੈ, ਉਹ ਹੈ ਸਕਰੂ ਗੇਜ, ਇੱਕ ਵਾਇਰ, ਮੇਰੇ ਕੋਲ ਕਾਪਰ ਦੀ ਵਾਇਰ ਹੈ, ਤੇ ਇੱਕ ਮੈਟੈਲਿਕ ਸ਼ੀਟ ਦਾ ਟੁਕੜਾ। ਪਿਆਰੇ ਵਿਦਿਆਰਥੀਓ, ਸਕਰੂ ਗੇਜ ਦਾ ਪ੍ਰੈਕਟੀਕਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਕਰੂ ਗੇਜ ਦੇ ਵੱਖ-ਵੱਖ ਪਾਰਟਸ ਦੀ ਜਾਣਕਾਰੀ ਲੈਂਦੇ ਹਾਂ। ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਪਾਰਟਸ ਦੇ ਨਾਮ ਲਿਖੇ ਵੀ ਨਜ਼ਰ ਆ ਰਹੇ ਹੋਣੇ ਹਾਂ। ਸਭ ਤੋਂ ਪਹਿਲਾਂ ਜੋ ਆਹ ਵਾਲਾ ਪਾਰਟ ਹੈ, ਇਸ ਨੂੰ ਯੂ ਫਰੇਮ ਕਿਹਾ ਜਾਂਦਾ ਹੈ, ਕਿਉਂਕਿ ਇਹ ਯੂ ਦੀ ਸ਼ਕਲ ਦੇ ਵਿੱਚ ਬਣਿਆ ਹੋਇਆ ਹੈ। ਇਸ ਵਾਲੇ ਪਾਰਟ ਨੂੰ ਐਨਵਿਲ ਕਿਹਾ ਜਾਂਦਾ ਹੈ, ਐਨਵਿਲ। ਇਸ ਵਾਲੇ ਪਾਰਟ ਨੂੰ ਸਪਿੰਡਲ ਕਿਹਾ ਜਾਂਦਾ ਹੈ। ਆਹ ਜੋ ਵੱਡਾ ਪਾਰਟ ਹੈ, ਜੋ ਇਸ ਤਰੀਕੇ ਨਾਲ ਰੋਟੇਟ ਹੋ ਰਿਹਾ, ਆਹ ਪਾਰਟ, ਇਸ ਨੂੰ ਥਿੰਬਲ ਕਿਹਾ ਜਾਂਦਾ ਹੈ। ਆਪਾਂ ਸਕਰੂ ਗੇਜ ਦੀ ਮੇਜਰਮੈਂਟ ਕਰਨ ਲੱਗੇ ਰੈਚਿਟ ਤੋਂ ਫੜ ਕੇ ਇਸ ਨੂੰ ਮੂਵ ਕਰਦੇ ਹਾਂ। ਇਸ ਪਾਰਟ ਨੂੰ ਰੈਚਿਟ ਕਹਿੰਦੇ ਹਨ। ਇਸ ਦੇ ਉੱਪਰ ਦੋ ਸਕੇਲ ਬਣੇ ਹੋਏ ਹਨ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਸਕੇਲ ਬਣਿਆ ਹੋਇਆ ਹੈ। ਇਸ ਨੂੰ ਮੇਨ ਸਕੇਲ ਕਿਹਾ ਜਾਂਦਾ ਹੈ। ਮੇਨ ਸਕੇਲ ਦੇ ਉੱਪਰ ਇਸ ਸਕਰੂ ਗੇਜ ਦੇ ਵਿੱਚ 1-1 ਮਿਲੀਮੀਟਰ ਦੇ ਉੱਪਰ ਨਿਸ਼ਾਨ ਲੱਗੇ ਹੋਏ ਹਨ, ਯਾਨੀ ਇਹ ਤੁਹਾਡੇ ਜਿਓਮੈਟਰੀ ਬਾਕਸ ਵਿੱਚ ਮਿਲਣ ਵਾਲੇ ਸਕੇਲ ਦੇ ਬਿਲਕੁਲ ਨਾਲ ਦਾ ਹੈ। ਤਾਂ ਇਹ 0 ਯਾਨੀ 0 ਮਿਲੀਮੀਟਰ ਤੋਂ ਸ਼ੁਰੂ ਹੋ ਕੇ 5 ਮਿਲੀਮੀਟਰ, 10 ਮਿਲੀਮੀਟਰ, ਇਸ ਤਰੀਕੇ ਨਾਲ ਆ ਮੇਨ ਸਕੇਲ 25 ਮਿਲੀਮੀਟਰ ਤੱਕ ਜਾਂਦਾ ਹੈ। ਜਿਹਨੂੰ ਆਪਾਂ ਕੰਪਲੀਟ ਖੋਲ੍ਹੀਏ ਤਾਂ ਇਹ 25 ਮਿਲੀਮੀਟਰ ਤੱਕ ਜਾਂਦਾ ਹੈ। ਅਤੇ ਇਸ ਦੀ ਜਾਣਕਾਰੀ ਇੱਥੇ ਵੀ ਲਿਖੀ ਹੋਈ ਹੈ। ਆਪਣੇ ਕੋਲ 25 ਡਿਵੀਜ਼ਨਸ ਨੇ ਅਤੇ ਹਰੇਕ ਡਿਵੀਜ਼ਨ 1 ਮਿਲੀਮੀਟਰ ਦੀ ਹੈ। ਤਾਂ ਮੇਨ ਸਕੇਲ ਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ। ਮੇਨ ਸਕੇਲ ਦੇ ਉੱਪਰ ਜੋ ਆ ਗੋਲ ਗੋਲ ਘੁੰਮ ਰਿਹਾ ਹੈ, ਇਸ ਵਾਲੇ ਸਕੇਲ ਨੂੰ ਸਰਕੂਲਰ ਸਕੇਲ ਕਿਹਾ ਜਾਂਦਾ ਹੈ, ਕਿਉਂਕਿ ਇਹ ਸਰਕੂਲਰ ਹੈ, ਸਰਕਲ ਦੇ ਰੂਪ 'ਚ ਹੈ ਅਤੇ ਗੋਲ ਗੋਲ ਘੁੰਮਦਾ ਹੈ, ਤਾਂ ਇਸ ਨੂੰ ਸਰਕੂਲਰ ਸਕੇਲ ਕਿਹਾ ਜਾਂਦਾ ਹੈ। ਆਸ਼ਾ ਹੈ ਕਿ ਤੁਹਾਨੂੰ ਇਹਨਾਂ ਪਾਰਟਸ ਦੇ ਨਾਮ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਹੈ। ਹੁਣ ਆਪਾਂ ਅੱਗੇ ਪ੍ਰੈਕਟੀਕਲ ਵੱਲ ਵੱਧਦੇ ਹਾਂ। ਸਕਰੂ ਗੇਜ ਅਲੱਗ-ਅਲੱਗ ਲੈਂਥ ਨੂੰ ਮਾਪਣ ਵਾਸਤੇ ਵੀ ਤਿਆਰ ਕੀਤੇ ਹੁੰਦੇ ਹਨ। ਜਿਵੇਂ ਮੈਂ ਤੁਹਾਨੂੰ ਦੱਸਿਆ, ਆਹ 25 × 1 ਮਿਲੀਮੀਟਰ, ਯਾਨੀ ਦਾ ਮੇਨ ਸਕੇਲ 25 ਮਿਲੀਮੀਟਰ ਦਾ ਹੈ, ਅਤੇ ਜੋ ਇਸ ਦਾ ਸਰਕੂਲਰ ਸਕੇਲ ਹੈ, ਇਸ ਦੇ ਉੱਪਰ 100 ਡਿਵੀਜ਼ਨਾਂ ਬਣਾਈਆਂ ਹੋਈਆਂ ਹਨ। ਜੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਤਾਂ ਇਹ 0 ਤੋਂ ਸ਼ੁਰੂ ਹੁੰਦਾ ਹੈ, 10, 20, 30, 40, 50, 60, 70, 80, 90, 90 ਤੋਂ ਬਾਅਦ 0 ਤੱਕ ਫਿਰ 10 ਡਿਵੀਜ਼ਨਾਂ ਨੇ, ਯਾਨੀ ਸਰਕੂਲਰ ਸਕੇਲ ਦੇ ਵਿੱਚ ਟੋਟਲ 100 ਡਿਵੀਜ਼ਨਸ ਹਨ। ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਮੇਜਰਮੈਂਟ ਲੈਂਦੇ ਹਾਂ ਤਾਂ ਜ਼ਰੂਰੀ ਨਹੀਂ ਕਿ ਉਹ ਮੇਜਰਮੈਂਟ ਸਹੀ ਆਵੇ, ਉਸ ਵਿੱਚ ਕੁਝ ਐਰਰ ਵੀ ਹੋ ਸਕਦਾ ਹੈ। ਉਹ ਐਰਰ ਕਿਵੇਂ ਹੁੰਦਾ ਹੈ, ਆਓ ਇਸ ਬਾਰੇ ਸਮਝਦੇ ਹਾਂ। ਜਦੋਂ ਆਪਾਂ ਆਹ ਸਕਰੂ ਦੇ ਦੋਨੇ ਐਂਡਸ ਨੂੰ ਨੇੜੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਦੋਨੇ ਇੱਕ ਦੂਜੇ ਨਾਲ ਜੁੜ ਚੁੱਕੇ ਨੇਗੇ, ਪਰ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਮੇਨ ਸਕੇਲ ਦੀ 0 ਹੈ ਅਤੇ ਜਿਹੜੀ ਸਰਕੂਲਰ ਸਕੇਲ ਦੀ 0 ਹੈ, ਇਹ ਇੱਕ ਦੂਜੇ ਦੇ ਸਾਹਮਣੇ ਨਹੀਂ ਹਨ। ਮੇਨ ਸਕੇਲ ਦੀ 0 ਇਸ ਵਾਲੀ ਲਾਈਨ ਤੋਂ ਪਤਾ ਲੱਗ ਰਹੀ ਹੈ, ਹੌਰੀਜ਼ੌਂਟਲ ਲਾਈਨ ਤੋਂ, ਅਤੇ ਸਰਕੂਲਰ ਸਕੇਲ ਦੀ ਜੋ 0 ਦੀ ਹੌਰੀਜ਼ੌਂਟਲ ਲਾਈਨ ਹੈ, ਇਹ ਇੱਕ ਦੂਜੇ ਦੇ ਸਾਹਮਣੇ ਨਹੀਂ ਹਨ। ਜਦੋਂ ਇਹ ਦੋਨੇ 0 ਕੋਇਨਸਾਈਡ ਨਹੀਂ ਕਰਦੀਆਂ, ਇਸੇ ਨੂੰ 0 ਐਰਰ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਮੇਰੇ ਕੋਲ ਕਈ ਤਰ੍ਹਾਂ ਦੇ ਸਕਰੂ ਗੇਜ ਹਨ। ਆਓ ਆਪਾਂ ਇਹਨਾਂ ਦੀ ਸਹਾਇਤਾ ਨਾਲ ਇਹਨਾਂ ਵਿੱਚ ਮੌਜੂਦ 0 ਐਰਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਮੇਰੇ ਕੋਲ ਇਹ ਵਾਲਾ ਸਕਰੂ ਗੇਜ ਹੈ, ਇਸ ਨੂੰ ਆਪਾਂ
ਰੈਚਿਟ ਤੋਂ ਫੜ ਕੇ ਖੋਲ੍ਹ ਲੈਂਦੇ ਹਾਂ ਅਤੇ ਰੈਚਿਟ ਤੋਂ ਹੀ ਫੜ ਕੇ ਬੰਦ ਕਰਨਾ ਹੈ। ਹਮੇਸ਼ਾ ਤੁਸੀਂ ਰੈਚਿਟ ਨੂੰ ਹੀ ਘੁਮਾਉਣ ਵਾਸਤੇ ਯੂਜ਼ ਕਰਨਾ ਹੈ ਅਤੇ ਜਦੋਂ ਰੈਚਿਟ ਦੇ ਵਿੱਚੋਂ ਆਹ ਟਿਕ ਟਿਕ ਦੀ ਆਵਾਜ਼ ਆਵੇ ਤਾਂ ਸਮਝ ਲਓ ਜਿਹੜੇ ਆਪਣੇ ਆਹ ਦੋਨੇ ਐਂਡਸ ਨੇ ਇਹ ਜੁੜ ਚੁੱਕੇ ਨੇ ਅਤੇ ਤੁਸੀਂ ਇਹਦੇ ਉੱਪਰ ਇੱਥੋਂ ਜਾਂ ਕਿਸੇ ਹੋਰ ਪਾਰਟ ਤੋਂ ਪ੍ਰੈਸ਼ਰ ਨਹੀਂ ਪਾਉਣਾ। ਜੇ ਤੁਹਾਨੂੰ ਸਕਰੀਨ ਦੇ ਉੱਪਰ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਜੋ ਮੇਨ ਸਕੇਲ ਦਾ 0 ਹੈ, ਯਾਨੀ ਕਿ ਆਹ 0 ਦੀ ਲਾਈਨ ਅਤੇ ਜੋ ਸਰਕੂਲਰ ਸਕੇਲ ਦਾ 0 ਹੈ, ਇਹ ਦੋਨੇ ਬਿਲਕੁਲ ਇੱਕ ਦੂਜੇ ਦੇ ਸਾਹਮਣੇ ਹਨ। ਜਦੋਂ ਇਸ ਪ੍ਰਕਾਰ ਦੋਨੇ 0 ਕੋਨਸਾਈਡ ਕਰ ਜਾਣ, ਇਹਦਾ ਮਤਲਬ ਆਪਣੇ ਇੰਸਟਰੂਮੈਂਟ ਦੇ ਵਿੱਚ ਕੋਈ ਵੀ ਐਰਰ ਨਹੀਂ ਹੈ, ਯਾਨੀ ਇਹਦੇ ਵਿੱਚ 0 ਐਰਰ 0 ਹੈ, 0 ਐਰਰ ਮੌਜੂਦ ਨਹੀਂ ਹੈ। ਆਪਣੀ ਜੋ ਮੇਜਰਮੈਂਟ ਹੋਵੇਗੀ ਉਹ ਪ੍ਰੋਪਰ ਆਵੇਗੀ, ਸਹੀ ਆਵੇਗੀ। ਹਾਂਜੀ, ਹੁਣ ਆਪਾਂ ਸਕਰੂ ਗੇਜ ਦੇ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਐਰਰ ਬਾਰੇ ਦੇਖਦੇ ਹਾਂ। ਜੋ ਇਸ ਵਕਤ ਮੇਰੇ ਕੋਲ ਸਕਰੂ ਗੇਜ ਹੈ, ਇਸ ਨੂੰ ਜੇ ਆਪਾਂ ਟਾਈਟ ਕਰ ਲਈਏ ਤਾਂ ਇਸ ਦੀ ਮੇਨ ਸਕੇਲ ਦੀ 0 ਅਤੇ ਇਸ ਦੀ ਸਰਕੂਲਰ ਸਕੇਲ ਦੀ 0 ਆਪਸ ਵਿੱਚ ਕੋਨਸਾਈਡ ਨਹੀਂ ਕਰੀ ਜਾਂਦੀਆਂ। ਇਸ ਦਾ ਮਤਲਬ ਇਸ ਵਿੱਚ ਐਰਰ ਹੈ। ਜਦੋਂ ਸਰਕੂਲਰ ਸਕੇਲ ਦੀ 0 ਮੇਨ ਸਕੇਲ ਦੀ 0 ਤੋਂ ਨੀਚੇ ਹੋਵੇ, ਯਾਨੀ ਉਦੋਂ ਆਹ ਦੇਖਣ ਦੇ ਵਿੱਚ ਹੇਠਾਂ ਸ਼ੋਅ ਹੋ ਰਹੀ ਹੈ, ਤਾਂ ਇਸ ਨੂੰ ਪੋਜ਼ਿਟਿਵ 0 ਐਰਰ ਕਿਹਾ ਜਾਂਦਾ ਹੈ। ਪੋਜ਼ਿਟਿਵ 0 ਐਰਰ ਇਹਦਾ ਕੀ ਮਤਲਬ ਹੈ? ਹੁਣ ਦੇਖੋ, ਜੇ ਆਪਾਂ ਸਕਰੂ ਗੌਸ ਦੀ ਰੀਡਿੰਗ ਲੈਂਦੇ ਅਤੇ ਆਹ 0 0 ਦੇ ਸਾਹਮਣੇ ਹੁੰਦਾ ਤਾਂ ਰੀਡਿੰਗ ਆਪਣੀ ਸਹੀ ਆਉਣੀ ਸੀਗੀ। ਪਰ ਹੁਣ ਆਪਣੀ ਜਿਹੜੀ ਰੀਡਿੰਗ ਹੈ ਉਹ ਲਗਭਗ 8 ਡਿਵੀਜ਼ਨਾਂ ਪਹਿਲਾਂ ਹੀ ਐਡ ਹੋ ਕੇ ਆ ਰਹੀ ਹੈ। 0 ਜਿਹੜੀ ਹੈਗੀ ਆ ਉਹ 8 ਨਾਲ ਕੋਨਸਾਈਡ ਕਰ ਰਹੀ ਹੈ। 8 ਡਿਵੀਜ਼ਨਾਂ ਆਪਣੀਆਂ ਪਹਿਲਾਂ ਹੀ ਰੀਡਿੰਗ ਦੇ ਵਿੱਚ ਐਡ ਹੋਈਆਂ ਪਈਆਂ ਨੇ, ਤਾਂ ਇਹ ਹੋ ਗਿਆ ਪੋਜ਼ਿਟਿਵ, ਐਡ ਹੋ ਗਈਆਂ। ਜਦੋਂ ਆਪਣਾ ਰਿਜ਼ਲਟ ਬਣੂਗਾ ਉਸ ਵਿੱਚ 8 ਡਿਵੀਜ਼ਨਾਂ ਐਡ ਹੋ ਕੇ ਆਉਣਗੀਆਂ। ਇਸ ਕਰਕੇ ਆਪਾਂ ਨੂੰ ਜਿਹੜੀਆਂ 8 ਆਹ ਗਲਤ ਸ਼ੋਅ ਹੋ ਰਿਹਾ ਇਹ ਮਾਈਨਸ ਕਰਨੀਆਂ ਪੈਣਗੀਆਂ। ਤਾਂ ਪੋਜ਼ਿਟਿਵ ਐਰਰ ਨੂੰ ਆਪਾਂ ਮਾਈਨਸ ਕਰਨਾ ਹੈਗਾ ਅਤੇ ਪੋਜ਼ਿਟਿਵ ਐਰਰ ਇਹਦੇ ਵਿੱਚ ਕਿੰਨਾ ਸ਼ੋਅ ਹੋ ਰਿਹਾ ਹੈਗਾ, ਤੋਂ ਲੈ ਕੇ ਇਸ 0 ਤੋਂ ਲੈ ਕੇ ਇਸ 0 ਦੇ ਵਿਚਾਲੇ ਕਿੰਨੀ ਡਿਵੀਜ਼ਨਾਂ ਨੇ? 8 ਡਿਵੀਜ਼ਨਾਂ। ਠੀਕ ਹੈ, ਤਾਂ ਟੋਟਲ ਜਿਹੜਾ ਐਰਰ ਹੈ ਪੋਜ਼ਿਟਿਵ ਉਹ ਕਿੰਨਾ ਹੋ ਜਾਊਗਾ? ਨੰਬਰ ਆਫ ਡਿਵੀਜ਼ਨਸ ਕੋਨਸਾਈਡਿੰਗ ਵਿਦ 0 ਆਫ ਮੇਨ ਸਕੇਲ 8। ਲੀਸਟ ਕਾਊਂਟ ਕਿੰਨਾ ਹੁੰਦਾ ਇਹਦਾ? 0.01 ਮਿਲੀਮੀਟਰ। ਤਾਂ ਇਹ ਕਿੰਨਾ ਬਣ ਗਿਆ? 0.08 ਮਿਲੀਮੀਟਰ। ਠੀਕ ਹੈ, ਤਾਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਦੇਖੀਏ। ਇਹਨੂੰ ਲਿਖਣਾ ਕਿਵੇਂ ਆਪਾਂ? +0.08 ਮਿਲੀਮੀਟਰ। ਆਪਾਂ ਇਹਨੂੰ ਪੋਜ਼ਿਟਿਵ ਸਾਈਨ ਲਾਉਣਾ ਹੈਗਾ। ਹੁਣ ਆਪਾਂ ਨੈਗੇਟਿਵ 0 ਐਰਰ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ। ਆਹ ਮੇਰੇ ਕੋਲ ਇੱਕ ਹੋਰ ਸਕਰੂ ਗੇਜ ਹੈ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਮੈਂ ਇਸਨੂੰ ਪੂਰਾ ਟਾਈਟ ਕਰਦਾ ਤਾਂ ਮੇਨ ਸਕੇਲ ਦੇ ਨਾਲੋਂ ਸਰਕੂਲਰ ਸਕੇਲ ਦੀ 0 ਉੱਪਰ ਲੰਘ ਗਈ। ਉੱਪਰ ਸ਼ੋਅ ਹੋ ਰਹੀ ਹੈ। ਠੀਕ ਹੈ, ਜਦੋਂ ਸਰਕੂਲਰ ਸਕੇਲ ਦੀ 0 ਮੇਨ ਸਕੇਲ ਦੀ 0 ਤੋਂ ਉੱਪਰ ਸ਼ੋਅ ਹੋਵੇ ਤਾਂ ਇਹ ਹੁੰਦਾ ਨੈਗੇਟਿਵ 0 ਐਰਰ। ਤਾਂ ਆਪਾਂ ਦੋਨੇ 0 ਦੇ ਵਿਚਾਲੇ ਕਿੰਨੀ ਡਿਫਰੈਂਸ ਹੈਗਾ ਉਹ ਦੇਖਣਾ ਹੈਗਾ, ਕਿੰਨੀ ਡਿਵੀਜ਼ਨ ਦਾ। ਤਾਂ ਜੇ ਮੈਂ ਇਹਦੀ 0 ਦੇਖਾਂ, ਇਹ 91 ਦੇ ਸਾਹਮਣੇ ਹੈ, ਤਾਂ 91 ਤੋਂ ਲੈ ਕੇ ਆਹ 0 ਤੱਕ 9 ਡਿਵੀਜ਼ਨ ਨੇ। ਤੁਸੀਂ ਕਾਊਂਟ ਵੀ ਕਰ ਸਕਦੇ ਹੋ। ਤਾਂ ਇਸ ਵਾਲੀ 0 ਦੀ ਲਾਈਨ ਅਤੇ ਇਸ ਵਾਲੀ 0 ਦੀ ਲਾਈਨ ਦੇ ਵਿਚਾਲੇ 9 ਡਿਵੀਜ਼ਨ ਨੇਗੇ, ਯਾਨੀ ਦੋਨਾਂ 0 ਦੇ ਵਿਚਾਲੇ 9 ਡਿਵੀਜ਼ਨ ਦਾ ਫਰਕ ਹੈ। ਤਾਂ ਇਹ ਵਾਲਾ ਕੈਲਕੂਲੇਸ਼ਨ ਆਪਾਂ ਡਿਫਰੈਂਸ ਲਿਖ ਕੇ ਕਰਾਂਗੇ। ਤਾਂ ਡਿਫਰੈਂਸ ਹੈਗਾ 9 ਦਾ। ਡਿਫਰੈਂਸ ਬਿਟਵੀਨ ਜ਼ੀਰੋਜ਼ ਆਫ ਮੇਨ ਸਕੇਲ ਐਂਡ ਸਰਕੂਲਰ ਸਕੇਲ ਕਿੰਨਾ ਹੈਗਾ? 9। ਲੀਸਟ ਕਾਊਂਟ ਹੈਗਾ 0.01 ਮਿਲੀਮੀਟਰ। ਤਾਂ ਇਹ ਬਣ ਗਿਆ 0.09 ਮਿਲੀਮੀਟਰ। ਹੁਣ ਨੈਗੇਟਿਵ ਐਰਰ ਹੈ ਤਾਂ ਇਸ ਅੱਗੇ ਆਪਾਂ ਨੈਗੇਟਿਵ ਲਾ ਦੇਣਾ ਹੈਗਾ। ਠੀਕ ਹੈ, ਜਦੋਂ ਆਪਾਂ ਲਾਸਟ ਦੇ ਵਿੱਚ ਕਰੈਕਟ ਵੈਲਿਊ ਕੱਢਣੀ ਹੈ ਤਾਂ ਉਹਦਾ ਫਾਰਮੂਲਾ ਹੁੰਦਾ ਓਬਜ਼ਰਵਡ ਵੈਲਿਊ ਜਾਂ ਕੈਲਕੂਲੇਟਡ ਵੈਲਿਊ ਲਿਖ ਲਓ। ਕੈਲਕੂਲੇਟਡ ਵੈਲਿਊ
माइनस एरर विद साइन, माइनस करना एरर विद साइन, यानी जे अपना पॉजिटिव एरर होगा तो ऑबजर्वड वैल्यू तो कैलकुलेटर वैल्यू चो माइनस हो जाऊगा, जे नैगेटिव एरर होगा तो वह माइनस माइनस मिलकर प्लस हो जाऊगा तो ऑबजर्वड वैल्यू च ऐड हो जाऊगा। ठीक है, तो इस तरीके नाल अपने को रीडिंग आ जाऊ। तो फॉर्मूला याद रखना, ऑबजर्वड वैल्यू या कैलकुलेटर वैल्यू माइनस एरर विद साइन, एरर जोड़ा साइन नाल लिखना। जिमें मैं एक ਮਟੈਲਿਕ ਸਕੇਲ ਇਹਦੇ ਵਿੱਚ ਲਾ ਦਿੱਤਾ ਹੈ ਤਾਂ ਇੱਥੇ ਆਪਾਂ ਨੂੰ 0 ਸ਼ੋ ਹੋ ਰਿਹਾ ਹੈ। ਤਾਂ ਸਰਕੂਲਰ ਸਕੇਲ ਤੋਂ ਪਹਿਲਾਂ ਜਿਹੜੀ ਵੀ ਤੁਹਾਨੂੰ ਡਿਵੀਜ਼ਨ ਨਜ਼ਰ ਆਵੇਗੀ ਉਹੀ ਮੇਨ ਸਕੇਲ ਰੀਡਿੰਗ ਹੋਵੇਗੀ। ਤਾਂ ਇਸਦੀ ਮੇਨ ਸਕੇਲ ਰੀਡਿੰਗ 0 ਹੈ। ਮੰਨ ਲਓ ਆਪਾਂ ਕਿਸੇ ਚੀਜ਼ ਨੂੰ ਮੇਜਰਮੈਂਟ ਵਾਸਤੇ ਇੱਥੇ ਰੱਖਿਆ ਅਤੇ ਆਪਣਾ ਮੇਨ ਸਕੇਲ ਹੈ ਉਹ ਆਹ ਰੀਡਿੰਗ ਸ਼ੋ ਕਰ ਰਿਹਾ ਹੈ। ਤਾਂ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹ 5 ਮਿਲੀਮੀਟਰ ਦੀ ਰੀਡਿੰਗ ਸ਼ੋ ਕਰ ਰਿਹਾ ਹੈ। ਆਪਾਂ ਨੂੰ 5 ਤੋਂ ਗਾਹਾਂ ਦੀ ਡਿਵੀਜ਼ਨ ਨਜ਼ਰ ਨਹੀਂ ਆ ਰਹੀ ਤਾਂ ਇੱਥੇ ਆਪਾਂ ਮੇਨ ਸਕੇਲ ਰੀਡਿੰਗ 5 ਲਿਖਾਂਗੇ। ਜੇ ਮੈਂ ਇਸ ਨੂੰ ਥੋੜ੍ਹਾ ਜਿਹਾ ਸਰਕੂਲਰ ਸਕੇਲ ਨੂੰ ਘੁਮਾ ਦਾਂ ਤਾਂ ਆਪਾਂ ਨੂੰ ਇੱਕ ਡਿਵੀਜ਼ਨ ਹੋਰ ਨਜ਼ਰ ਆ ਰਹੀ ਹੈ, ਯਾਨੀ ਜੇ ਇੱਥੇ ਆਪਣਾ ਸਕੇਲ ਪਹੁੰਚਦਾ ਹੈ ਤਾਂ ਇੱਥੇ ਮੇਨ ਸਕੇਲ ਰੀਡਿੰਗ 6 ਹੋਵੇਗੀ। ਉਦੋਂ ਤੱਕ 6 ਡਿਵੀਜ਼ਨਾਂ ਪੂਰੀਆਂ ਹੋ ਗਈਆਂ ਨੇ। ਇਸੇ ਤਰੀਕੇ ਨਾਲ ਆਪਾਂ ਸਰਕੂਲਰ ਸਕੇਲ ਦੀ ਰੀਡਿੰਗ ਲੈਣੀ ਹੈ। ਮੰਨ ਲਓ ਆਪਾਂ ਕਿਸੇ ਚੀਜ਼ ਦੀ ਮੇਜਰਮੈਂਟ ਲਈ, ਇੱਥੇ ਕਿਸੇ ਚੀਜ਼ ਨੂੰ ਇੱਥੇ ਰੱਖਿਆ ਅਤੇ ਇੱਥੇ ਤੱਕ ਆਪਣਾ ਸਰਕੂਲਰ ਸਕੇਲ ਚਲਿਆ ਗਿਆ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਆ 0 ਦੀ ਹੌਰੀਜ਼ੋਂਟਲ ਦੀ ਲਾਈਨ ਹੈ ਇਹਦੇ ਸਾਹਮਣੇ ਕਿਹੜੀ ਡਿਵੀਜ਼ਨ ਨਜ਼ਰ ਆ ਰਹੀ ਹੈ ਸਰਕੂਲਰ ਸਕੇਲ ਦੀ। ਜੇ ਮੈਂ ਥੋੜ੍ਹਾ ਜਿਹਾ ਮੂਵ ਕਰਦਾ, ਜੇ ਇੱਥੇ ਹੋਵੇ ਤਾਂ ਆਪਣੀ ਸਰਕੂਲਰ ਸਕੇਲ ਦੀ ਡਿਵੀਜ਼ਨ ਦੇ ਸਾਹਮਣੇ 20 ਲਿਖਿਆ ਹੋਇਆ ਤਾਂ ਸਰਕੂਲਰ ਸਕੇਲ ਰੀਡਿੰਗ 20 ਹੋ ਜਾਵੇਗੀ। ਜੇ ਮੰਨ ਲਓ ਇੱਥੇ ਪਹੁੰਚ ਗਿਆ ਤਾਂ ਆਹ 0 ਅਤੇ ਆਹ 30 ਵਾਲੀ ਲਾਈਨ ਸਾਹਮਣੇ ਹੋ ਗਈ ਤਾਂ ਸਰਕੂਲਰ ਸਕੇਲ ਦੀ ਰੀਡਿੰਗ 30 ਹੋ ਜਾਵੇਗੀ। ਜੇ ਮੰਨ ਲਓ ਇੱਥੇ ਪਹੁੰਚ ਗਿਆ ਤਾਂ ਆਪਾਂ 30 ਤੋਂ ਗਾਹਾਂ ਗਿਣਨਾ ਸ਼ੁਰੂ ਕਰਾਂਗੇ ਵੀ ਕਿਹੜੀ ਲਾਈਨ ਪੂਰੀ ਤਰੀਕੇ ਨਾਲ 0 ਨਾਲ ਕੰਸਾਈਡ ਹੋ ਰਹੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ 34 ਵਾਲੀ ਲਾਈਨ ਹੈ ਜੋ ਉਹ ਪੂਰੀ ਤਰੀਕੇ ਨਾਲ 0 ਦੇ ਸਾਹਮਣੇ ਹੈ ਤਾਂ ਸਰਕੂਲਰ ਸਕੇਲ ਰੀਡਿੰਗ 34 ਹੋ ਜਾਵੇਗੀ। ਨੈਕਸਟ ਜੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਲੀਸਟ ਕਾਊਂਟ ਆਫ ਸਕਰੂ ਗੇਜ। ਤਾਂ ਆਪਾਂ ਸਕਰੂ ਗੇਜ ਦਾ ਲੀਸਟ ਕਾਊਂਟ ਪਤਾ ਕਰਨਾ ਹੈ। ਲੀਸਟ ਕਾਊਂਟ ਦਾ ਮਤਲਬ ਕੀ ਹੈ ਸਕਰੂ ਗੇਜ ਦੇ ਵਿੱਚ? ਜਿਵੇਂ ਆਪਾਂ ਜਾਣਦੇ ਹਾਂ ਕਿ ਸਰਕੂਲਰ ਸਕੇਲ ਦੇ ਉੱਪਰ 100 ਡਿਵੀਜ਼ਨਸ ਬਣੀਆਂ ਹੋਈਆਂ ਨੇ, 100 ਡਿਵੀਜ਼ਨ ਬਣੀ ਹੈ। ਜੇ ਮੈਂ ਇੱਕ ਡਿਵੀਜ਼ਨ ਰੋਟੇਟ ਕਰਦਾ ਹਾਂ 0 ਤੋਂ ਲੈ ਕੇ 1 ਤੱਕ ਆਉਣਾ ਹਾਂ ਤਾਂ ਲੀਨੀਅਰ ਸਕੇਲ ਕਿੰਨਾ ਮੂਵ ਕਰ ਜਾਵੇਗਾ ਉਹ ਇਸ ਦਾ ਲੀਸਟ ਕਾਊਂਟ ਹੋਵੇਗਾ। ਆਪਾਂ ਸਕਰੂ ਗੇਜ ਦਾ ਲੀਸਟ ਕਾਊਂਟ ਪਤਾ ਕਰਦੇ ਹਾਂ। ਲੀਸਟ ਕਾਊਂਟ ਪਤਾ ਕਰਨ ਦਾ ਫਾਰਮੂਲਾ ਹੈ ਲੀਸਟ ਕਾਊਂਟ is equal to pitch over number of divisions on circular scale। ਪਿਚ ਹੁੰਦਾ ਜਦੋਂ ਆਪਾਂ ਇਹ ਸਰਕੂਲਰ ਸਕੇਲ ਨੂੰ ਇੱਕ ਰੋਟੇਸ਼ਨ ਦੇਵਾਂਗੇ ਤਾਂ ਇਹ ਕਿੰਨਾ ਮੂਵ ਕਰੂਗਾ। ਠੀਕ ਹੈ ਜੀ। ਹੁਣ ਮੰਨ ਲਓ ਮੈਂ 0 ਨੂੰ ਇੱਥੇ ਰੱਖਿਆ ਹੈ। ਮੇਨ ਸਕੇਲ ਰੀਡਿੰਗ ਆਪਣੀ 8 ਸ਼ੋ ਹੋ ਰਹੀ ਹੈ, 8ਵੀਂ ਡਿਵੀਜ਼ਨ ਸ਼ੋ ਹੋ ਰਹੀ ਹੈ। ਉਰੇ 8ਵੀਂ ਡਿਵੀਜ਼ਨ ਸ਼ੋ ਹੋ ਰਹੀ ਹੈ 0 ਦੇ ਸਾਹਮਣੇ। ਜਦੋਂ ਮੈਂ ਇਸ ਨੂੰ ਪੂਰਾ ਰੋਟੇਟ ਕਰਾਂਗਾ 0 10 20 30 40 50 60 70 80 90 ਫਿਰ 0 ਤਾਂ ਹੁਣ ਇਸ ਉੱਪਰ ਕਿਹੜੀ ਡਿਵੀਜ਼ਨ ਸ਼ੋ ਹੋ ਰਹੀ ਹੈ 5 6 7 8 9 9ਵੀਂ ਡਿਵੀਜ਼ਨ। ਯਾਨੀ ਇੱਕ ਰੋਟੇਸ਼ਨ ਦੇ ਵਿੱਚ ਦੁਬਾਰਾ ਦੇਖ ਲਓ, ਇੱਕ ਵਾਰੀ ਫੇਰ ਰੋਟੇਟ ਕੀਤਾ ਦੁਬਾਰਾ 0 ਆ ਗਈ, ਹੁਣ 10ਵੀਂ ਸ਼ੋ ਹੋਣ ਲੱਗ ਗਈ। ਤਾਂ ਇੱਕ ਰੋਟੇਸ਼ਨ ਦੇ ਵਿੱਚ ਇਹ 1 ਮਿਲੀਮੀਟਰ ਅੱਗੇ ਜਾਂਦਾ ਹੈ। ਤਾਂ ਹੁਣ ਆਪਾਂ ਫਾਰਮੂਲਾ ਯੂਜ਼ ਕਰਕੇ ਲੀਸਟ ਕਾਊਂਟ ਕੱਢ ਸਕਦੇ ਹਾਂ। ਤਾਂ ਪਿਚ ਹੈਗੀ ਆਪਣੀ 1 ਮਿਲੀਮੀਟਰ ਅਪੋਨ ਨੰਬਰ ਆਫ ਡਿਵੀਜ਼ਨਸ ਔਨ ਸਰਕੂਲਰ ਸਕੇਲ ਹੈਗੇ ਨੇ 100। ਤਾਂ ਇਹ ਬਣ ਗਿਆ
0.01 ਮਿਲੀਮੀਟਰ। ਤਾਂ ਆਪਣੇ ਜੋ ਸਕਰੂ ਗਾਜ਼ ਦਾ ਲੀਸਟ ਕਾਊਂਟ ਹੈ ਉਹ 0.01 ਮਿਲੀਮੀਟਰ ਹੈ। ਹੁਣ ਆਪਾਂ ਸਕਰੂ ਗੇਜ ਦੀ ਸਹਾਇਤਾ ਨਾਲ ਇੱਕ ਵਾਇਰ ਦਾ ਡਾਇਆਮੀਟਰ ਪਤਾ ਕਰਾਂਗੇ। ਮੇਰੇ ਇਹ ਸ਼ੀਟ ਦੇ ਵਿੱਚ ਆਬਜ਼ਰਵੇਸ਼ਨਸ ਤੇ ਕੈਲਕੂਲੇਸ਼ਨ ਨੇ ਜੋ ਆਪਾਂ ਪ੍ਰਯੋਗ ਕਰਦੇ ਹੋਏ ਨਾਲ ਦੀ ਨਾਲ ਫਿਲ ਕਰਦੇ ਜਾਵਾਂਗੇ। ਤਾਂ ਮੇਰੇ ਕੋਲ ਜੋ ਸਕਰੂ ਗੇਜ ਹੈ ਇਸ ਦਾ ਯੂਜ਼ ਕਰਕੇ ਆਪਾਂ ਰੀਡਿੰਗਾਂ ਲੈਣਾ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੋ ਲਾਈਨ ਆਪਣੇ ਕੋਲ ਲਿਖੀ ਹੈ, ਦ ਲੈਂਥ ਆਫ ਦ ਸਮੋਲੈਸਟ ਡਿਵੀਜ਼ਨ ਔਨ ਦ ਲੀਨੀਅਰ ਸਕੇਲ। ਯਾਨੀ ਜੋ ਆਪਣਾ ਲੀਨੀਅਰ ਸਕੇਲ ਹੈ, ਆਹ ਵਾਲਾ ਸਕੇਲ ਹੈ, ਇਹਦੇ ਵਿੱਚ ਇੱਕ ਡਿਵੀਜ਼ਨ ਜਾਂ ਇੱਕ ਲੈਂਥ ਕਿੰਨੇ ਦੇ ਬਰਾਬਰ ਹੈ। ਤਾਂ ਇਹ ਆਪਾਂ ਡਿਸਕਸ ਕਰ ਲਿਆ, 1 ਮਿਲੀਮੀਟਰ ਦੇ ਬਰਾਬਰ ਹੈ। ਤਾਂ ਇਹੀ ਚੀਜ਼ ਆਪਾਂ ਇੱਥੇ ਫਿਲ ਕਰ ਦੇਣੀ ਹੈ। ਤਾਂ ਇਹ ਹੈਗਾ 1 ਮਿਲੀਮੀਟਰ ਦੇ ਬਰਾਬਰ। ਠੀਕ ਹੈ। ਡਿਸਟੈਂਸ ਮੂਵਡ ਬਾਏ ਦਾ ਸਕਰੂ ਵੈਨ ਇਟ ਇਜ਼ ਰੋਟੇਟਡ ਥਰੂ ਐਕਸ ਕੰਪਲੀਟ ਰੋਟੇਸ਼ਨਸ ਵਾਈ। ਤਾਂ ਆਪਾਂ ਇਸ ਸਕਰੂ ਗੇਜ ਦੇ ਵਿੱਚ ਕੁਝ ਰੋਟੇਸ਼ਨਸ ਦੇਣੀਆਂ ਨੇ ਅਤੇ ਆਪਾਂ ਦੇਖਣਾ ਹੈਗਾ ਵੀ ਰੋਟੇਸ਼ਨਸ ਪੂਰੀਆਂ ਹੋਣ 'ਤੇ ਜਿਹੜਾ ਲੀਨੀਅਰ ਸਕੇਲ ਆ ਉਹ ਕਿੰਨਾ ਮੂਵ ਕਰਦਾ ਹੈਗਾ। ਤਾਂ ਮੰਨ ਲਓ ਆਪਾਂ ਇੱਥੇ ਚੱਲਦੇ ਹਾਂ ਜਿੱਥੇ 10 ਡਿਵੀਜ਼ਨ ਲਿਖੀ ਹੋਈ ਹੈ ਮੇਨ ਸਕੇਲ ਦੀ, ਉਰੇ ਮੈਂ 0 'ਤੇ ਸੈੱਟ ਕਰ ਲੈਣਾ ਤਾਂ ਕਿ ਤੁਹਾਨੂੰ ਸਮਝਣ 'ਚ ਆਸਾਨੀ ਹੋਵੇ। ਹੁਣ ਆਪਾਂ ਇਸ ਨੂੰ ਰੋਟੇਸ਼ਨਸ ਦੇਵਾਂਗੇ। ਤਾਂ 0 ਤੋਂ 10 ਵੱਲ ਮੈਂ ਰੋਟੇਟ ਕਰਨਾ ਸ਼ੁਰੂ ਕਰਦਾ। 1 ਰੋਟੇਸ਼ਨ, 2 ਰੋਟੇਸ਼ਨ, 3 ਰੋਟੇਸ਼ਨ, 4 ਰੋਟੇਸ਼ਨ, 5 ਰੋਟੇਸ਼ਨ। ਤਾਂ ਤੁਸੀਂ ਦੇਖਿਆ 5 ਰੋਟੇਸ਼ਨਾਂ ਪੂਰੀਆਂ ਹੋਣ 'ਤੇ ਜੋ ਆਪਣਾ ਮੇਨ ਸਕੇਲ ਸੀਗਾ ਉਸ ਦੀ ਰੀਡਿੰਗ 10 ਤੋਂ 15 ਹੋ ਗਈ। ਇਹ ਡਿਵੀਜ਼ਨ ਅੱਗੇ ਵੱਧ ਗਿਆ। ਤਾਂ ਇਸ ਨੂੰ ਆਪਾਂ ਨੋਟ ਕਰ ਲੈਣਾ। ਡਿਸਟੈਂਸ ਮੂਵਡ ਬਾਈ ਸਕਰੂ ਵੈਨ ਇਟ ਇਜ਼ ਰੋਟੇਟਡ ਥਰੂ ਐਕਸ ਕੰਪਲੀਟ ਰੋਟੇਸ਼ਨਸ। ਤਾਂ ਡਿਸਟੈਂਸ ਕਿੰਨਾ ਮੂਵ ਕੀਤਾ ਇਹਨੇ? 5 ਮਿਲੀਮੀਟਰ। ਠੀਕ ਹੈ ਜੀ। ਆਪਾਂ ਲਿਖ ਵੀ ਸਕਦੇ ਹਾਂ ਸਰਕੂਲਰ ਸਕੇਲ ਡਿਵੀਜ਼ਨਸ ਕਿੰਨੀਆਂ ਹੁੰਦੀਆਂ ਨੇਗੀਆਂ? ਨੀਚੇ ਲਿਖਿਆ ਵੀ ਪਿਆ ਨੰਬਰ ਆਫ ਡਿਵੀਜ਼ਨਸ ਔਨ ਦਾ ਸਰਕੂਲਰ ਸਕੇਲ ਕਿੰਨੀਆਂ ਨੇ? 100। ਠੀਕ ਹੈ। ਹੁਣ ਆਪਾਂ ਨੂੰ ਪੁੱਛਿਆ ਪਿਚ ਆਫ ਦਾ ਸਕਰੂ। ਤਾਂ ਕਿੰਨੀ ਪਿਚ ਹੈ? ਆਪਾਂ ਡਿਸਟੈਂਸ ਮੂਵ ਕੀਤਾ y 5, ਕਿੰਨੀ ਰੋਟੇਸ਼ਨ ਉੱਤੇ? ਐਕਸ ਕੰਪਲੀਟ ਰੋਟੇ ਕਿੰਨੀਆਂ ਰੋਟੇਸ਼ਨਾਂ ਸੀ? 5। ਤਾਂ 5 ਨਾਲ 5 ਕੈਂਸਲ ਹੋ ਜਾਏਗਾ 1। ਤਾਂ ਆਪਣੀ ਪਿਚ ਕਿੰਨੀ ਹੈ? 1 ਮਿਲੀਮੀਟਰ। ਤੁਸੀਂ ਦੇਖੋਗੇ ਆਹ ਜਿਹੜੀ ਪਿਚ ਆਪਣੀ 1 ਮਿਲੀਮੀਟਰ ਜਿਹੜਾ ਆਪਾਂ ਪਹਿਲਾਂ ਲਿਖਿਆ ਸੀ ਸਮੋਲੈਸਟ ਡਿਵੀਜ਼ਨ ਔਨ ਦਾ ਲੀਨੀਅਰ ਸਕੇਲ, ਇਹਦੇ ਬਰਾਬਰ ਆ ਗਈ ਹੈ। ਨੈਕਸਟ ਆਪਾਂ ਪਤਾ ਕਰਦੇ ਹਾਂ ਲੀਸਟ ਕਾਊਂਟ ਸਕਰੂ ਗੇਜ ਦਾ। ਤਾਂ ਪਿਚ ਦੀ ਵੈਲਿਊ ਆ ਗਈ 1 ਮਿਲੀਮੀਟਰ। 1 ਨੰਬਰ ਆਫ ਡਿਵੀਜ਼ਨਸ ਔਨ ਸਰਕੂਲਰ ਸਕੇਲ, ਇਹ ਆਪਾਂ ਦੇਖ ਲਿਆ 100 ਡਿਵੀਜ਼ਨਸ ਨੇਗੀਆਂ। ਤਾਂ ਆਪਣਾ ਲੀਸਟ ਕਾਊਂਟ ਬਣ ਗਿਆ 0.01 ਮਿਲੀਮੀਟਰ। ਠੀਕ ਹੈ। ਤਾਂ ਹੁਣ ਆਪਾਂ ਇਸ ਸਕਰੂ ਗੌਸ ਦਾ ਜ਼ੀਰੋ ਐਰਰ ਵਿਦ ਸਾਈਨ ਪਤਾ ਕਰਨਾ, ਯਾਨੀ ਪੋਜ਼ੀਟਿਵ ਹੈ ਜਾਂ ਨੈਗੇਟਿਵ ਹੈ, ਸਾਈਨ ਵੀ ਦੇਖਣਾ ਆਪਾਂ। ਤਾਂ ਆਪਾਂ ਇਹਨੂੰ ਰੈਚੇਟ ਨੂੰ ਯੂਜ਼ ਕਰਦੇ ਹੋਏ ਸਪਿੰਡਲ ਤੇ ਐਨਵਿਲ ਨੂੰ ਨਾਲ ਜੋੜ ਦੇਣਾ। ਇੱਥੇ ਆਪਣਾ ਸਕਰੂ ਕੇਸ ਲੌਕ ਹੋ ਗਿਆ। ਤਾਂ ਆਪਾਂ ਦੇਖ ਸਕਦੇ ਹਾਂ ਜਿਹੜੀ ਮੇਨ ਸਕੇਲ ਦੀ 0 ਹੈ ਉਹ ਆ ਸੀ ਅਤੇ ਸਰਕੂਲਰ ਸਕੇਲ ਦੀ 0 ਆ ਸੀ। ਇਹਨਾਂ ਵਿੱਚ ਡਿਫਰੈਂਸ ਹੈਗਾ ਕਿਉਂਕਿ ਸਰਕੂਲਰ ਸਕੇਲ ਦੀ 0 ਉੱਪਰ ਚਲੀ ਗਈ ਹੈ, ਇਸ ਦਾ ਮਤਲਬ ਇਸ ਵਿੱਚ ਨੈਗੇਟਿਵ 0 ਐਰਰ ਹੈ। ਅਤੇ ਦੋਨੇ ਰੀਡਿੰਗਾਂ ਦੇ ਵਿੱਚ ਕਿੰਨਾ ਫਰਕ ਹੈਗਾ ਆਪਾਂ ਦੇਖ ਸਕਦੇ ਹਾਂ। ਆਹ ਵਾਲੀ ਜਿਹੜੀ ਲਾਈਨ ਕੋਇਨਸਾਈਡ ਕਰ ਰਹੀ ਹੈ ਇਹ 91 ਵਾਲੀ ਕੋਇਨਸਾਈਡ ਕਰ ਰਹੀ ਹੈ। 91 ਯਾਨੀ 91 ਤੋਂ ਲੈ ਕੇ 100 ਤੱਕ 9 ਡਿਵੀਜ਼ਨ ਦਾ ਡਿਫਰੈਂਸ ਆ ਗਿਆ। ਤਾਂ ਨੈਗੇਟਿਵ 0 ਐਰਰ 'ਚ ਆਪਾਂ ਜਿਹੜਾ ਡਿਫਰੈਂਸ ਆ ਉਹ ਲੈਂਦੇ ਹੁੰਦੇ। ਤਾਂ ਇਸ ਵਿੱਚ 9 ਡਿਵੀਜ਼ਨਾਂ ਦਾ ਡਿਫਰੈਂਸ ਹੈਗਾ। ਤਾਂ ਆਪਾਂ ਇੱਥੇ ਫਾਰਮੂਲਾ ਲਾਉਣੇ ਆ, ਨੰਬਰ ਆਫ ਡਿਵੀਜ਼ਨਸ 9, ਲੀਸਟ ਕਾਊਂਟ ਹੈਗਾ ਜਿਹੜਾ ਆਪਣਾ 0.01 ਮਿਲੀਮੀਟਰ। ਤਾਂ ਇਹਨੂੰ ਮਲਟੀਪਲਾਈ ਕਰਨ 'ਤੇ ਬਣ ਗਿਆ 0.09 ਮਿਲੀਮੀਟਰ। ਤਾਂ ਜੋ ਆਪਾਂ ਜ਼ੀਰੋ ਐਰਰ ਕੈਲਕੂਲੇਟ ਕੀਤਾ ਇਹ ਮਾਈਨਸ ਦਾ ਸੀ, ਨੈਗੇਟਿਵ ਦਾ ਸੀਗਾ। ਤਾਂ ਇਹਨੂੰ ਆਪਾਂ ਲਿਖ ਦਾਂਗੇ -0.09 ਮਿਲੀਮੀਟਰ। ਤਾਂ ਨੈਗੇਟਿਵ ਐਰਰ ਸੀਗਾ, ਨੈਗੇਟਿਵ 0 ਐਰਰ। ਤਾਂ ਆਪਾਂ ਇਹਨੂੰ ਨੈਗੇਟਿਵ ਸਾਈਨ ਨਾਲ ਸ਼ੋ ਕਰ ਦਿੱਤਾ।
ਹਾਂਜੀ, ਹੁਣ ਆਪਾਂ ਇਸ ਸਕਰੂ ਗੇਜ ਨਾਲ ਵਾਇਰ ਦਾ ਡਾਇਆਮੀਟਰ ਪਤਾ ਕਰਾਂਗੇ। ਤਾਂ ਆਪਣੇ ਕੋਲ ਟੇਬਲ ਬਣਿਆ ਹੋਇਆ, ਪ੍ਰੈਕਟੀਕਲ ਦੇ ਵਿੱਚ ਤੁਹਾਡੇ ਕੋਲ ਬਣਿਆ ਹੋਣਾ ਹੈਗਾ, ਨਹੀਂ ਤਾਂ ਤੁਸੀਂ ਇੱਥੇ ਵੀਡੀਓ ਨੂੰ ਪੌਜ਼ ਕਰਕੇ ਵੀ ਬਣਾ ਸਕਦੇ ਹੋ। ਤਾਂ ਸਕਰੂ ਗੇਜ ਆਪਣੇ ਕੋਲ ਇੱਕ ਵਾਇਰ ਹੈ, ਤਾਂ ਆਪਾਂ ਸਕਰੂ ਗੇਜ ਨੂੰ ਖੋਲ ਕੇ ਇਸ ਵਿੱਚ ਵਾਇਰ ਰੱਖ ਲੈਣੀ ਹੈ। ਪਹਿਲਾਂ ਮੈਂ ਇਸ ਨੂੰ ਹੌਰੀਜ਼ੌਂਟਲੀ ਲਗਾ ਰਿਹਾ। ਜਿੱਥੇ ਆਵਾਜ਼ ਆਈ ਉੱਥੇ ਤੁਸੀਂ ਰੋਕ ਦੇਣਾ ਹੈਗਾ, ਇਦੋਂ ਜ਼ਿਆਦਾ ਇਹਦੇ ਉੱਪਰ ਜ਼ੋਰ ਨਹੀਂ ਲਾਉਣਾ, ਠੀਕ ਹੈ ਜੀ। ਚਲੋ ਜੀ, ਆਪਾਂ ਦੇਖਦੇ ਹੁਣ ਕੀ ਕੁਛ ਭਰਨਾ। ਆਪਾਂ ਪਹਿਲਾ ਹੈਗਾ ਆਪਣਾ ਰੀਡਿੰਗ ਅਲੋਂਗ ਵਨ ਡਾਇਰੈਕਸ਼ਨ। ਤਾਂ ਤੁਸੀਂ ਆ ਡਾਇਰੈਕਸ਼ਨ ਯਾਦ ਕਰੋ, ਧਿਆਨ ਨਾਲ ਦੇਖੋ। ਜੇ ਮੈਂ ਸਕਰੂ ਗੇਜ ਨੂੰ ਇਸ ਪ੍ਰਕਾਰ ਰੱਖਿਆ ਤਾਂ ਇਹਦੇ ਪਰਪੈਂਡੀਕੂਲਰ ਵਾਇਰ ਰੱਖੀ ਹੈ ਮੈਂ, ਠੀਕ ਹੈ ਜੀ। ਤਾਂ ਇਹ ਵਨ ਡਾਇਰੈਕਸ਼ਨ ਹੋ ਗਈ। ਬਾਅਦ ਦੇ ਵਿੱਚ ਆਪਾਂ ਜਿਹੜੀ ਵਾਇਰ ਹੈ ਇਹਦੀ ਡਾਇਰੈਕਸ਼ਨ ਨੂੰ ਹੋਣ ਵਾਲੀ ਡਾਇਰੈਕਸ਼ਨ ਦੇ ਪਰਪੈਂਡੀਕੂਲਰ ਕਰ ਦਾਂਗੇ। ਤਾਂ ਪਹਿਲਾ ਹੈਗਾ ਆਪਣੇ ਕੋਲੇ ਲੀਨੀਅਰ ਸਕੇਲ ਰੀਡਿੰਗ, ਉਸ ਨੂੰ ਡਿਨੋਟ ਕੀਤਾ ਕੈਪੀਟਲ M ਨਾਲ। ਤਾਂ ਇੱਥੇ ਆਪਾਂ ਦੇਖਣਾ ਹੈ ਲੀਨੀਅਰ ਸਕੇਲ ਰੀਡਿੰਗ। ਹੁਣ ਇੱਥੇ ਆਪਾਂ ਨੂੰ 0 ਨਜ਼ਰ ਆ ਰਿਹਾ ਹੈ, ਕੀ ਆਪਾਂ ਨੂੰ ਫਸਟ ਡਿਵੀਜ਼ਨ ਨਜ਼ਰ ਆ ਰਹੀ ਹੈ? ਫਸਟ ਡਿਵੀਜ਼ਨ ਨਜ਼ਰ ਨਹੀਂ ਆਉਣ ਲੱਗੀ, ਤਾਂ ਆਪਣੀ 0 ਵਾਲੀ ਡਿਵੀਜ਼ਨ ਨਜ਼ਰ ਆ ਰਹੀ ਹੈ। ਤਾਂ ਇੱਥੇ ਆਪਾਂ ਰੀਡਿੰਗ ਲਿਖ ਲਾਂਗੇ 0। ਨੈਕਸਟ ਹੈਗਾ ਸਰਕੂਲਰ ਸਕੇਲ ਰੀਡਿੰਗ। ਸਰਕੂਲਰ ਸਕੇਲ ਨੂੰ ਧਿਆਨ ਨਾਲ ਦੇਖਦੇ ਹਾਂ। 0 ਦੀ ਜਿਹੜੀ ਹੌਰੀਜ਼ੌਂਟਲ ਲਾਈਨ ਹੈ, ਇਸ ਨਾਲ ਸਰਕੂਲਰ ਸਕੇਲ ਦੀ ਕਿਹੜੀ ਲਾਈਨ ਕੋਇਨਸਾਈਡ ਕਰ ਰਹੀ ਹੈ? ਤਾਂ 60 ਹੈ, 60 ਤੋਂ ਅੱਗੇ 61, 62, 63। ਤਾਂ 63 ਨੰਬਰ ਵਾਲੀ ਜਿਹੜੀ ਲਾਈਨ ਹੈ ਸਰਕੂਲਰ ਸਕੇਲ ਦੇ ਕੋਇਨਸਾਈਡ ਕਰ ਰਹੀ ਹੈ। ਤਾਂ ਇੱਥੇ ਆਪਾਂ ਲਿਖ ਦਾਂਗੇ ਸਰਕੂਲਰ ਸਕੇਲ ਰੀਡਿੰਗ 63। ਇਹਨੂੰ ਸਮਾਲ n ਨਾਲ ਡਿਨੋਟ ਕੀਤਾ ਹੋਇਆ, ਠੀਕ ਹੈ ਜੀ। ਹੁਣ ਆ ਗਿਆ ਅੱਗੇ ਡਾਇਆਮੀਟਰ D1। ਇੱਥੇ ਫਾਰਮੂਲਾ ਲਿਖਿਆ ਹੋਇਆ, ਤਾਂ ਤੁਸੀਂ ਆ ਫਾਰਮੂਲਾ ਅਪਲਾਈ ਕਰ ਦੇਣਾ। ਮੈਂ ਕੈਲਕੂਲੇਸ਼ਨ ਕਰ ਰਿਹਾ ਇੱਥੇ ਸਾਈਡ 'ਤੇ, M + N ਗੁਣਾ ਲੀਸਟ ਕਾਊਂਟ। ਤਾਂ M ਸੀਗਾ ਆਪਣਾ 0 ਪਲੱਸ N ਆਇਆ ਆਪਣਾ 63 ਮਲਟੀਪਲਾਈ ਬਾਈ ਲੀਸਟ ਕਾਊਂਟ। ਲੀਸਟ ਕਾਊਂਟ ਹੈਗਾ ਆਪਣਾ 0.01। ਇਹ ਸਾਰਾ ਕੁਛ ਮਿਲੀਮੀਟਰ ਦੇ ਵਿੱਚ ਹੀ ਹੈ, ਠੀਕ ਹੈ। ਤਾਂ 0 + 63 × 0.01 0.63। ਇਹਨਾਂ ਦੋਨਾਂ ਨੂੰ ਐਡ ਕੀਤਾ ਤਾਂ ਆਪਣਾ ਆਂਸਰ ਬਣ ਗਿਆ 0.63, ਠੀਕ ਹੈ ਜੀ। ਤਾਂ 0.63 ਮਿਲੀਮੀਟਰ ਆਪਣਾ ਡਾਇਆਮੀਟਰ ਬਣ ਗਿਆ। ਹੁਣ ਜਿਹੜਾ ਦੂਸਰਾ ਟੇਬਲ ਹੈ ਰੀਡਿੰਗ ਅਲੋਂਗ ਪਰਪੈਂਡੀਕੂਲਰ ਡਾਇਰੈਕਸ਼ਨ, ਤਾਂ ਆਪਾਂ ਵਾਇਰ ਨੂੰ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਕਰ ਲੈਣਾ। ਤਾਂ ਵਾਇਰ ਆਪਣੀ ਲੱਗੀ ਹੋਈ ਹੈ, ਮੈਂ ਸਕਰੂ ਗੇਜ ਨੂੰ ਖੋਲ੍ਹ ਰਿਹਾ ਹੈਗਾ। ਜਿਹੜੀ ਪਹਿਲੀ ਡਾਇਰੈਕਸ਼ਨ ਸੀਗੀ ਉਹਦੇ ਪਰਪੈਂਡੀਕੂਲਰ ਕਰ ਰਿਹਾ। ਤਾਂ ਮੈਂ ਪਰਪੈਂਡੀਕੂਲਰ ਦੇ ਵਿੱਚ ਇਹਨੂੰ ਸੈੱਟ ਕਰ ਲਿਆ, ਪਹਿਲਾਂ ਡਾਇਰੈਕਸ਼ਨ ਨਾਲ ਪਰਪੈਂਡੀਕੂਲਰ ਕਰ ਲਈ। ਹੁਣ ਸੇਮ ਫਿਰ ਆਪਾਂ ਰੀਡਿੰਗ ਲੈਣੀ ਹੈ। ਮੇਨ ਸਕੇਲ 'ਤੇ ਕਿੰਨਾ ਨਜ਼ਰ ਆ ਰਿਹਾ ਹੁਣ ਵੀ 0, ਯਾਨੀ ਫਸਟ ਡਿਵੀਜ਼ਨ ਆਪਾਂ ਨੂੰ ਨਜ਼ਰ ਨਹੀਂ ਆਉਣ ਲੱਗੀ, ਕਿਉਂਕਿ ਤਾਰ ਬਹੁਤ ਪਤਲੀ ਹੁੰਦੀ ਹੈ, 1 ਮਿਲੀਮੀਟਰ ਤੋਂ ਵੀ ਪਤਲੀ ਤਾਰ ਹੈ। ਤਾਂ ਆਪਣੀ ਮੇਨ ਸਕੇਲ ਰੀਡਿੰਗ ਕਿੰਨੀ ਆ ਗਈ 0। ਸਰਕੂਲਰ ਸਕੇਲ ਰੀਡਿੰਗ, ਹੁਣ ਆਪਾਂ ਸਰਕੂਲਰ ਸਕੇਲ ਰੀਡਿੰਗ ਦੇਖਦੇ ਹਾਂ। ਇਹ ਕਿੰਨੀ ਆਈ 60 ਤੋਂ 2 ਡਿਵੀਜ਼ਨ ਅੱਗੇ, ਆਪਣਾ 60 61 60 2 ਡਿਵੀਜ਼ਨ ਅੱਗੇ ਤਾਂ ਆ ਗਈ। ਤਾਂ ਸਰਕੂਲਰ ਸਕੇਲ ਡਿਵੀਜ਼ਨ ਆ ਗਈ ਆਪਣੀ 62। ਡਾਇਆਮੀਟਰ ਸੇਮ ਤਰੀਕੇ ਨਾਲ ਮਾਪਾਂਗੇ, M ਯਾਨੀ ਕਿ 0 ਪਲੱਸ N ਹੈਗਾ ਆਪਣਾ 62, ਲੀਸਟ ਕਾਊਂਟ ਹੈਗਾ ਆਪਣਾ 0.01 ਮੀਟਰ। ਇਹ ਕੈਲਕੂਲੇਟ ਹੋ ਕੇ ਬਣੇਗਾ 62 × 0.01 0.60, ਇੱਥੇ ਆਂਗੇ 0.6। ਲਾਸਟ ਕਾਲਮ ਦੇ ਵਿੱਚ ਜਿਹੜੇ ਆਪਾਂ ਦੋਨੇ ਡਾਇਰ ਕੈਲਕੂਲੇਟ ਕਰੇ ਨੇਗੇ, ਇਹਨਾਂ ਦੋਨਾਂ ਦੀ ਆਪਾਂ ਸਮ ਕਰਕੇ 2 'ਤੇ ਡਿਵਾਈਡ ਕਰ ਦੇਣਾ ਤਾਂ ਕਿ ਐਵਰੇਜ ਕੱਢ ਸਕੀਏ। ਤਾਂ 0.63 ਅਤੇ 0.62 ਇਹਨਾਂ ਨੂੰ ਐਡ ਕੀਤਾ 0.63 + 0.62/2, ਇਹ ਬਣ ਗਿਆ 5 6 + 6 12, ਯਾਨੀ 1.25/2। ਇਹਨੂੰ ਡਿਵਾਈਡ ਕਰਾਂਗੇ ਤਾਂ ਇਹ ਬਣ ਜੂਗਾ 0.625, ਤਾਂ ਇਹ ਬਣ ਗਿਆ 0.625। ਤਾਂ ਆਪਣੀ ਇੱਕ ਰੀਡਿੰਗ ਆ ਕੰਪਲੀਟ ਹੋ ਗਈ ਹੈ। ਤਾਂ ਵਾਇਰ ਦਾ ਇਹਦਾ ਵੀ ਡਾਇਆਮੀਟਰ ਮਾਪਣਾ ਹੈ, ਆਪਾਂ ਦੋਨੇ ਡਾਇਰੈਕਸ਼ਨ 'ਚ ਮਾਪਣਾ ਹੈਗਾ। ਪਹਿਲੀ ਡਾਇਰੈਕਸ਼ਨ ਤੁਸੀਂ ਜਿਹੜੀ ਵੀ ਲਾਓਗੇ, ਦੂਜੇ ਦੇ ਪਰਪੈਂਡੀਕੂਲਰ ਉਸੇ ਜਗ੍ਹਾ 'ਤੇ, ਠੀਕ ਹੈ। ਕਿਉਂਕਿ ਵਾਇਰ ਹੈ ਜਿਹੜੀ ਇਹ ਥੋੜ੍ਹੇ ਜਿਹੇ ਦਬਾਅ ਨਾਲ ਹੀ ਇਹਦੇ ਵਿੱਚ ਜਿਹੜਾ ਏਰੀਆ ਕ੍ਰਾਸ ਸੈਕਸ਼ਨਲ ਏਰੀਆ ਹੈਗਾ ਉਹ ਚੇਂਜ ਹੋ ਜਾਂਦਾ ਕਈ ਵਾਰੀ। ਹੋ ਸਕਦਾ ਵਾਇਰ ਦੇ ਅਲੱਗ-ਅਲੱਗ ਹਿੱਸੇ ਦੀ ਮੋਟਾਈ ਜਾਂ ਚੜਾਈ ਜਿਹੜੀ ਘੱਟ ਹੋਵੇ ਜਾਂ ਵੱਧ ਹੋਵੇ। ਤਾਂ ਤੁਸੀਂ ਇਸੇ ਤਰੀਕੇ ਨਾਲ ਹੁਣ ਵਾਇਰ ਦੇ
ਥੋੜ੍ਹੀ ਥੋੜ੍ਹੀ ਦੂਰ, ਜਿਵੇਂ ਆਪਾਂ ਇੱਥੋਂ ਮਾਪਿਆ, ਇੱਥੋਂ ਮਾਪ ਲਓ, ਇੱਥੋਂ ਮਾਪ ਲਓ, ਇੱਥੋਂ ਮਾਪ ਲਓ, ਇੱਥੋਂ ਮਾਪ ਲਓ, ਇਸ ਤਰੀਕੇ ਨਾਲ 4 ਰੀਡਿੰਗਾਂ ਲੈ ਲੈਣੀਆਂ ਨੇਗੀਆਂ। ਤਾਂ ਮੈਂ ਟੇਬਲ ਪੂਰਾ ਕਰਕੇ ਉਸ ਤੋਂ ਬਾਅਦ ਵੀਡੀਓ ਕੰਟੀਨਿਊ ਕਰਦਾ। ਹਾਂਜੀ ਪਿਆਰੇ ਵਿਦਿਆਰਥੀਓ, ਤਾਂ ਪ੍ਰੈਕਟੀਕਲ ਕਰਨ ਤੋਂ ਬਾਅਦ ਮੈਂ ਜੋ ਵੀ ਰੀਡਿੰਗਸ ਆਈਆਂ ਸੀ ਉਹਨਾਂ ਨੂੰ ਇਸ ਟੇਬਲ ਦੇ ਵਿੱਚ ਭਰ ਲਿਆ। ਤਾਂ 4 ਪੋਜੀਸ਼ਨ ਦੇ ਉੱਤੇ ਮੈਂ ਰੀਡਿੰਗਸ ਨੋਟ ਕੀਤੀਆਂ। ਤਾਂ ਵਾਇਰ ਦੇ 4 ਰੀਡਿੰਗਸ ਦੇ ਡਾਇਆਮੀਟਰ ਮੈਂ ਇੱਥੇ ਲਿਖੇ ਹੋਏ ਨੇਗੇ। ਇਸ ਤੋਂ ਬਾਅਦ ਆਪਾਂ ਮੀਨ ਡਾਇਆਮੀਟਰ ਕੱਢਣਾ ਹੈ। ਤਾਂ ਤੁਹਾਡੇ ਜੋ ਵੀ ਆ 4 ਵੈਲਿਊਜ਼ ਆਈਆਂ ਨੇਗੀਆਂ, ਇਹਨਾਂ ਚਾਰਾਂ ਨੂੰ ਜੋੜ ਕੇ 4 ਤੇ ਵੰਡ ਦੇਣਾ, ਤਾਂ ਤੁਹਾਡੇ ਕੋਲ ਮੀਨ ਆ ਜਾਵੇਗਾ। ਤਾਂ ਮੇਰੀ ਵੈਲਿਊਜ਼ ਨੂੰ ਪਲੱਸ ਕਰਕੇ ਜਦੋਂ ਮੈਂ 4 ਤੇ ਵੰਡਿਆ ਤਾਂ ਜੋ ਮੀਨ ਡਾਇਆਮੀਟਰ ਹੈ ਉਸ ਦੀ ਵੈਲਿਊ ਆਈ 0.629 ਮਿਲੀਮੀਟਰ। ਹੁਣ ਇਹ ਜੋ ਆਪਣੀ ਮੀਨ ਡਾਇਆਮੀਟਰ ਦੀ ਵੈਲਿਊ ਆਈ ਹੈ, ਇਹ ਐਰਰ ਸਮੇਤ ਆਈ ਹੈ, ਯਾਨੀ ਜੋ ਵੀ ਆਪਣੇ ਇੰਸਟਰੂਮੈਂਟ ਨਾਲ ਆਪਾਂ ਮੇਜਰਮੈਂਟ ਕੀਤੀ ਉਸ 'ਚ ਕੁਛ ਨਾ ਕੁਛ ਐਰਰ ਸੀਗਾ। ਹੁਣ ਆਪਾਂ ਉਸ ਐਰਰ ਨੂੰ ਇਸ ਵਿੱਚੋਂ ਕੱਢ ਦੇਣਾ ਹੈਗਾ। ਤਾਂ ਉਸ ਲਈ ਨੈਕਸਟ ਸਟੈਪ ਆਪਾਂ ਕਰ ਰਹੇ ਹਾਂ ਮੀਨ ਕਰੈਕਟਡ ਵੈਲਿਊ ਆਫ ਡਾਇਆਮੀਟਰ। ਤਾਂ ਜਿਹੜੀ ਸਹੀ ਵੈਲਿਊ ਹੈ ਡਾਇਆਮੀਟਰ ਦੀ ਉਹ ਕਿੰਨੀ ਹੈ, ਮੇਜਰ ਡਾਇਆਮੀਟਰ, ਤਾਂ ਜੋ ਵੀ ਆਪਣੀ ਕੈਲਕੂਲੇਸ਼ਨ ਨਾਲ ਡਾਇਆਮੀਟਰ ਆਇਆ, ਮਾਈਨਸ 0 ਐਰਰ ਵਿਦ ਸਾਈਨ, ਮਾਈਨਸ 0 ਐਰਰ ਵਿਦ ਸਾਈਨ। ਤਾਂ ਆਪਣਾ ਜਿਹੜਾ ਮੇਜਰ ਡਾਇਆਮੀਟਰ ਹੋਏਗਾ 0.629, ਆਹ ਵਾਲਾ ਆਪਾਂ ਲਿਖ ਲਿਆ ਇੱਥੋਂ, ਮਾਈਨਸ ਆਪਣਾ ਤਾਂ 0 ਐਰਰ ਸੀਗਾ, ਉਹ ਨੈਗੇਟਿਵ ਦਾ ਸੀਗਾ 0.09, ਤਾਂ ਆਪਾਂ ਨੈਗੇਟਿਵ 0.09 ਲਿਖ ਲਿਆ। ਨੈਗੇਟਿਵ ਨੈਗੇਟਿਵ ਪਲੱਸ ਹੋ ਗਏ, 0.629 ਪਲੱਸ 0.09, 0.719 ਮਿਲੀਮੀਟਰ ਆਪਣਾ ਆਨਸਰ ਬਣ ਗਿਆ। ਇਹ ਆਪਣੀ ਆ ਗਈ ਮੀਨ ਕਰੈਕਟਡ ਵੈਲਿਊ ਆਫ ਡਾਇਆਮੀਟਰ। ਤਾਂ ਰਿਜ਼ਲਟ ਦੇ ਵਿੱਚ ਦਾ ਡਾਇਆਮੀਟਰ ਆਫ ਗਿਵਨ ਵਾਇਰ ਐਜ਼ ਮਾਈਰਡ ਬਾਈ ਸਕਰੂ ਗੇਜ ਇਜ਼ 0.719 ਮਿਲੀਮੀਟਰ। ਠੀਕ ਹੈ, ਆਸ ਹੈ ਕਿ ਰੀਡਿੰਗ ਕੈਲਕੂਲੇਟ ਕਰਨੀ ਅਤੇ ਮੀਨ ਡਾਇਆਮੀਟਰ ਕੱਢਣਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਤੋਂ ਬਾਅਦ ਕੁਛ ਪ੍ਰੀਕਾਸ਼ਨਸ ਨੇਗੀਆਂ, ਕੁਛ ਸਾਵਧਾਨੀਆਂ ਨੇ ਜੋ ਆਪਾਂ ਪ੍ਰੈਕਟੀਕਲ ਕਰਨ ਵੇਲੇ ਧਿਆਨ 'ਚ ਰੱਖਣੀਆਂ ਨੇ। ਪ੍ਰੈਕਟੀਕਲ ਕਰਨ ਵੇਲੇ ਕਈ ਗੱਲਾਂ ਧਿਆਨ ਵਿੱਚ ਰੱਖਣੀਆਂ ਹਨ ਜੋ ਕਿ ਇੱਥੇ ਦਿਖਾਈਆਂ ਗਈਆਂ ਹਨ। ਜੋ ਸਕਰੂ ਗੌਜ ਦੇ ਵਿੱਚ ਰੈਚਟ ਦਾ ਅਰੇਂਜਮੈਂਟ ਹੈ, ਇਸ ਉੱਪਰ ਲੋੜ ਤੋਂ ਵੱਧ ਪ੍ਰੈਸ਼ਰ ਨਹੀਂ ਪਾਉਣਾ। ਜ਼ਿਆਦਾ ਪ੍ਰੈਸ਼ਰ ਪਾਉਣ ਨਾਲ ਵਾਇਰ ਦੇ ਡਾਇਆਮੀਟਰ ਵਿੱਚ ਚੇਂਜ ਹੋ ਸਕਦਾ ਹੈ। ਘੱਟ ਤੋਂ ਘੱਟ 4 ਡਿਫਰੈਂਟ ਪੁਆਇੰਟਸ 'ਤੇ ਵਾਇਰ ਦੇ ਡਾਇਆਮੀਟਰ ਨੂੰ ਮਾਪਿਆ ਜਾਵੇ ਤਾਂ ਜੋ ਵਾਇਰ ਦਾ ਡਾਇਆਮੀਟਰ ਆਪਾਂ ਵੱਧ ਤੋਂ ਵੱਧ ਸਹੀ ਕਰ ਸਕੀਏ। ਜਦੋਂ ਵੀ ਤੁਸੀਂ ਸਕੇਲ ਦੀ ਰੀਡਿੰਗ ਲੈਣੀ ਹੈ, ਚਾਹੇ ਉਹ ਮੇਨ ਸਕੇਲ ਹੋਵੇ ਚਾਹੇ ਸਰਕੂਲਰ ਸਕੇਲ, ਤਾਂ ਤੁਸੀਂ ਆਪਣੀ ਆਈਜ਼ ਨੂੰ ਬਿਲਕੁਲ ਸਕੇਲ ਦੇ ਉੱਪਰ ਰੱਖ ਕੇ ਰੀਡਿੰਗਸ ਲੈਣੀਆਂ ਹਨ ਤਾਂ ਕਿ ਕੋਈ ਰੀਡਿੰਗ ਲੈਣ ਵੇਲੇ ਐਰਰ ਨਾ ਆਵੇ, ਪੈਰਾਲੈਕਸ ਦਾ ਐਰਰ ਨਾ ਹੋਵੇ। ਨੈਕਸਟ, ਕਈ ਐਰਰ ਹਜੇ ਵੀ ਰੀਡਿੰਗ ਦੇ ਦੌਰਾਨ ਆ ਜਾਂਦੇ ਹਨ, ਜਿਵੇਂ ਕਿ ਐਰਰ ਡਿਊ ਟੂ ਬੈਕਲੈਸ਼, ਜਿਸ ਨੂੰ ਕਿ ਘਟਾ ਤਾਂ ਸਕਦੇ ਹਾਂ ਪਰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਹੁਣ ਇਹ ਐਰਰ ਕੀ ਹੁੰਦਾ? ਕੋਈ ਵੀ ਇਹੋ ਜਿਹਾ ਇੰਸਟਰੂਮੈਂਟ ਜਿਹਦੇ ਵਿੱਚ ਥ੍ਰੈਡ ਹੋਣ ਜਾਂ ਸਕਰੂ ਹੋਵੇ, ਜਦੋਂ ਉਹ ਨਵੇਂ-ਨਵੇਂ ਹੁੰਦੇ ਹਨ ਤਾਂ ਉਹਨਾਂ ਦੇ ਸਕਰੂ ਅਤੇ ਥ੍ਰੈਡ ਇੱਕ ਦੂਜੇ ਨਾਲ ਟਾਈਟਲੀ ਜੁੜੇ ਹੁੰਦੇ ਹਨ, ਇੱਕ ਦੂਜੇ ਨਾਲ ਬਿਲਕੁਲ ਲੱਗ ਕੇ ਮੂਵ ਕਰਦੇ ਹਨ। ਪਰ ਟਾਈਮ ਦੇ ਨਾਲ-ਨਾਲ ਸਕਰੂ ਦੇ ਥ੍ਰੈਡ ਅਤੇ ਜੋ ਨਟ ਹੁੰਦਾ ਹੈ, ਉਸ ਵਿੱਚ ਥੋੜ੍ਹੀ ਜਿਹੀ ਦੂਰੀ ਵੱਧ ਜਾਂਦੀ ਹੈ, ਜਿਸ ਨਾਲ ਪਲੇ ਆ ਜਾਂਦੀ ਹੈ। ਤਾਂ ਉਸ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਉਹ ਕਦੇ ਨਾ ਕਦੇ ਥੋੜ੍ਹਾ ਬਹੁਤ ਐਰਰ ਦੇ ਹੀ ਦਿੰਦਾ। ਪਿਆਰੇ ਵਿਦਿਆਰਥੀਓ, ਜੋ ਆਪਣੇ ਪ੍ਰੈਕਟੀਕਲ ਦਾ ਨੈਕਸਟ ਪਾਰਟ ਹੈ ਮੇਜਰਮੈਂਟ ਆਫ ਥਿਕਨੈਸ ਆਫ ਅ ਗਿਵਨ ਸ਼ੀਟ, ਯਾਨੀ ਆਪਾਂ ਇੱਕ ਦਿੱਤੀ ਹੋਈ ਸ਼ੀਟ ਦੀ ਥਿਕਨੈਸ ਪਤਾ ਕਰਨੀ ਹੈ। ਆਮ ਤੌਰ 'ਤੇ ਮੈਟੈਲਿਕ ਸ਼ੀਟ ਦਿੱਤੀ ਜਾਂਦੀ ਹੈ, ਕਿਸੇ ਵੀ ਚੀਜ਼ ਥਿਕਨੈਸ ਆਪਾਂ ਪਤਾ ਕਰ ਸਕਦੇ ਸਕਰੂ ਗੇਜ ਨਾਲ। ਤਾਂ ਮੈਂ ਆਹ ਸਕੇਲ ਚੁਣਿਆ, ਇਹ ਮੈਨੂੰ ਈਜ਼ੀਲੀ ਅਵੇਲੇਬਲ ਸੀਗਾ, ਮੇਰੇ ਕੋਲ ਪਿਆ ਸੀ, ਤਾਂ ਆਪਾਂ ਇਹਦੀ ਥਿਕਨੈਸ ਮਾਪਣ ਦੀ ਕੋਸ਼ਿਸ਼ ਕਰਾਂਗੇ। ਤਾਂ ਬਹੁਤ ਸਾਰਾ ਕੰਮ ਤਾਂ ਆਪਣੇ ਪਿਛਲੇ ਪ੍ਰੈਕਟੀਕਲ ਦੇ ਵਿੱਚ ਹੋ ਚੁੱਕਾ ਹੈ, ਕਿਉਂਕਿ ਮੈਂ ਉਹੀ ਸਕਰੂ ਗੇਜ ਯੂਜ਼ ਕਰ ਰਿਹਾ ਹਾਂ, ਤਾਂ ਉਸਦੀ ਸੇਮ ਰੀਡਿੰਗਸ ਮੈਂ ਇਸ ਦੇ ਵਿੱਚ ਲਿਖ ਦਿੰਦਾ। ਲੀਸਟ ਕਾਊਂਟ ਆਫ ਸਕਰੂ ਗੇਜ ਸੀਗਾ ਆਪਣਾ 0.01 ਮਿਲੀਮੀਟਰ। ਠੀਕ ਹੈ ਜੀ, ਤਾਂ 0 ਐਰਰ ਸੀਗਾ ਜਿਹੜਾ ਆਪਣਾ, ਉਹ ਸੀਗਾ 0.09 ਮਿਲੀਮੀਟਰ। ਤਾਂ ਜਿਨ੍ਹਾਂ ਨੂੰ ਨਹੀਂ ਅਜੇ ਪਤਾ ਲੱਗਿਆ ਜਾਂ ਵੀਡੀਓ ਦੇ ਵਿੱਚ ਹੁਣੀ ਦੇਖਿਆ ਕਿ ਇਹ ਕਿਵੇਂ ਆਇਆ, ਤਾਂ ਉਹ ਵੀਡੀਓ ਨੂੰ ਪਿੱਛੇ ਕਰਕੇ ਪਿਛਲੇ ਪ੍ਰੈਕਟੀਕਲ ਦੇ ਵਿੱਚ ਇਹ ਐਰਰ ਕਿਵੇਂ ਆਇਆ ਉਹ ਦੇਖ ਸਕਦੇ। ਹੁਣ ਆਪਾਂ ਇਸ ਮੈਟੈਲਿਕ ਸਕੇਲ ਦੀ ਮੋਟਾਈ ਪਤਾ ਕਰਦੇ ਹਾਂ। ਤਾਂ ਮੈਂ ਇਸ ਨੂੰ ਐਨੂਅਲ 'ਤੇ ਸਪਿੰਡਲ ਦੇ ਵਿਚਕਾਰ ਰੱਖ ਲਿਆ। ਆਵਾਜ਼ ਆ ਗਈ, ਤਾਂ ਹੁਣ ਆਪਾਂ ਰੀਡਿੰਗ ਭਰਨੀ ਸ਼ੁਰੂ ਕਰਦੇ ਹਾਂ।
ਆਪਣੇ ਟੇਬਲ ਦੇ ਵਿੱਚ ਦੇਖੋ ਧਿਆਨ ਨਾਲ ਕੀ ਹੈ, ਲੀਨੀਅਰ ਸਕੇਲ ਰੀਡਿੰਗ, ਯਾਨੀ ਲੀਨੀਅਰ ਸਕੇਲ ਦੀ ਰੀਡਿੰਗ ਭਰਨੀ ਹੈ, ਸਰਕੂਲਰ ਸਕੇਲ ਰੀਡਿੰਗ ਭਰਨੀ ਹੈ, ਤੇ ਉਸ ਤੋਂ ਬਾਅਦ ਕੈਲਕੂਲੇਸ਼ਨ ਹੈ ਥਿਕਨੈਸ ਦੀ। ਠੀਕ ਹੈ ਜੀ। ਤਾਂ ਜਿਹੜਾ ਆਪਾਂ ਆਹ ਸਕੇਲ ਲਾਇਆ ਲੀਨੀਅਰ ਸਕੇਲ ਰੀਡਿੰਗ, ਤਾਂ ਲੀਨੀਅਰ ਸਕੇਲ ਹੌਰੀਜ਼ੌਂਟਲ ਸਕੇਲ 'ਤੇ ਆਪਣੀ ਜਿਹੜੀ ਰੀਡਿੰਗ ਆ ਉਹ 0 ਹੀ ਆ ਰਹੀ ਹੈ, ਯਾਨੀ ਆਪਣੀ 1 ਮਿਲੀਮੀਟਰ ਤੋਂ ਵੀ ਪਤਲੀ ਹੈ ਜਿਹੜੀ ਆਹ ਸ਼ੀਟ। ਤਾਂ ਇੱਥੇ ਮੈਂ ਫਿਲ ਕਰ ਦਿੱਤਾ ਹੈ 0। ਸਰਕੂਲਰ ਸਕੇਲ ਰੀਡਿੰਗ, ਸਰਕੂਲਰ ਸਕੇਲ ਰੀਡਿੰਗ ਹੈ ਜੋ ਇਹ ਆ ਰਹੀ ਹੈ, ਹੌਰੀਜ਼ੌਂਟਲ ਲਾਈਨ ਹੈ ਜਿਹੜੀ 41 ਦੇ ਸਾਹਮਣੇ। ਚਲੋ ਹੋ ਸਕਦਾ ਤੁਹਾਨੂੰ 42 ਦੇ ਸਾਹਮਣੇ ਲੱਗਦੇ ਹੋ, ਮੈਨੂੰ 41 ਦੇ ਸਾਹਮਣੇ ਲੱਗ ਰਹੀ ਹੈ, ਤਾਂ ਮੈਂ ਇੱਥੇ 41 ਲਿਖ ਦਿੰਦਾ। ਨੈਕਸਟ ਆਪਣੀ ਕੈਲਕੂਲੇਸ਼ਨ ਹੈ M ਮੇਨ ਸਕੇਲ ਰੀਡਿੰਗ, ਯਾਨੀ 0 + N ਸਰਕੂਲਰ ਸਕੇਲ ਰੀਡਿੰਗ ਇੰਟੂ ਲੀਸਟ ਕਾਊਂਟ ਹੈਗਾ ਆਪਣਾ 0.01। ਤਾਂ ਇਹ ਕੈਲਕੂਲੇਟ ਕਰਾਂਗੇ ਤਾਂ ਇਹ ਬਣ ਜਾਏਗਾ 0.41 ਮਿਲੀਮੀਟਰ। ਠੀਕ ਹੈ ਜੀ। ਤਾਂ ਸਿੰਪਲ ਜੀ ਕੈਲਕੂਲੇਸ਼ਨ ਹੈ। ਆਪਾਂ ਇੱਕ ਹੋਰ ਰੀਡਿੰਗ ਲੈ ਕੇ ਦੇਖਦੇ ਹਾਂ। ਤਾਂ ਮੈਂ ਇਸ ਨੂੰ ਮੂਵ ਕਰ ਲਿਆ ਇੱਕ ਕਿਨਾਰੇ 'ਤੇ ਜਾ ਕੇ, ਉਰੇ ਦੇਖਦੇ ਆਪਾਂ ਕਿੰਨੀ ਰੀਡਿੰਗ ਆਈ। ਤਾਂ ਮੇਨ ਸਕੇਲ ਰੀਡਿੰਗ ਹੁਣ ਵੀ 0 ਹੈ। ਸਰਕੂਲਰ ਸਕੇਲ ਰੀਡਿੰਗ ਅਜੇ ਵੀ 41 ਨੂੰ ਕੋਇਨਸਾਈਡ ਕਰ ਰਹੀ ਹੈ। ਤਾਂ ਮੇਨ ਸਕੇਲ ਰੀਡਿੰਗ ਜਿਹੜੀ ਆਪਣੀ ਹੈਗੀ ਹੈ ਉਹ ਹੈਗੀ ਹੈ 0, ਸਰਕੂਲਰ ਸਕੇਲ ਰੀਡਿੰਗ ਹੈਗੀ ਹੈ 41 ਨੂੰ ਕੋਇਨਸਾਈਡ ਕਰ ਰਹੀ ਹੋਊਗੀ। 0 41 ਤਾਂ ਸੇਮ ਰੀਡਿੰਗ ਹੋਗੀ 0.41। ਇੱਕ ਰੀਡਿੰਗ ਹੋਰ ਲੈ ਲੈਂਦੇ ਹਾਂ, ਸ਼ਾਇਦ ਕੋਈ ਫ਼ਰਕ ਆ ਜਾਏ। ਤਾਂ ਆਪਾਂ ਸਕੇਲ ਦਾ ਦੂਸਰਾ ਕਿਨਾਰਾ ਉੱਥੇ ਤੱਕ ਕੱਸ ਲੈਂਦੇ ਹਾਂ। ਤਾਂ ਰੀਡਿੰਗ ਦੇ ਵਿੱਚ ਕੋਈ ਫ਼ਰਕ ਨਹੀਂ ਆਇਆ, ਸਕੇਲ ਬਿਲਕੁਲ ਹਰ ਇੱਕ ਜਗ੍ਹਾ ਤੋਂ ਮੋਟਾਈ 'ਚ ਸੇਮ ਹੀ ਲੱਗ ਰਿਹਾ। ਤਾਂ ਇਸ ਤਰੀਕੇ ਨਾਲ ਆਪਾਂ ਰੀਡਿੰਗਾਂ ਭਰ ਲਾਂਗੇ। ਤੁਸੀਂ ਆਹ ਸਾਰਾ ਜਿਹੜਾ ਬਾਕਸ ਹੈ ਕੰਪਲੀਟ ਕਰ ਲੈਣਾ ਹੈਗਾ। 5 ਰੀਡਿੰਗਾਂ ਨੇ, 5 ਡਿਫਰੈਂਟ ਪਲੇਸਿਸ ਤੋਂ ਰੀਡਿੰਗਸ ਲੈ ਲੈਣੀਆਂ ਨੇ। ਹਾਂਜੀ, ਮੈਂ ਇਸ ਟੇਬਲ ਨੂੰ ਪੂਰਾ ਕਰ ਲਿਆ। ਤਾਂ ਥਰਡ ਰੀਡਿੰਗ ਵੀ ਆਪਣੀ 0.41 ਆਈ ਸੀ, ਚੌਥੀ ਆਈ ਸੀ 0.42, ਥੋੜ੍ਹਾ ਜਿਹਾ ਫਰਕ ਆਇਆ, ਪੰਜਵੀਂ ਫਿਰ 0.41। ਆਪਣੇ ਕੋਲ 5 ਰੀਡਿੰਗਸ ਨੇ, ਪੰਜਾਂ ਨੂੰ ਜੋੜ ਕਰਕੇ 5 'ਤੇ ਡਿਵਾਈਡ ਕਰਤਾ, ਤਾਂ ਆਪਣੇ ਕੋਲ ਮੀਨ ਥਿਕਨੈਸ ਆ ਗਈ 0.412 ਮਿਲੀਮੀਟਰ ਦੇ ਵਿੱਚ ਆਈ ਹੈ। ਹੁਣ ਆਪਾਂ ਕਰੈਕਟ ਕਰਨੇ, ਕਿਉਂਕਿ ਆਪਣੇ ਕੋਲ ਉੱਪਰ 0 ਐਰਰ ਸੀਗਾ, ਤਾਂ ਉਹ 0 ਐਰਰ ਦੀ ਆਪਾਂ ਕਰੈਕਸ਼ਨ ਲਾਉਣੀ ਹੈ। ਤਾਂ ਮੀਨ ਕਰੈਕਟਡ ਥਿਕਨੈਸ ਹੋ ਗਿਆ ਓਬਜ਼ਰਵਡ ਥਿਕਨੈਸ 0.412 ਮਾਈਨਸ 0 ਐਰਰ ਵਿਦ ਸਾਈਨ। ਤਾਂ ਆਪਣਾ 0 ਐਰਰ ਸੀਗਾ 0.09, ਇਹਦਾ ਸਾਈਨ ਸੀਗਾ ਮਾਈਨਸ, ਮਾਈਨਸ ਮਾਈਨਸ ਪਲੱਸ ਹੋ ਗਿਆ। ਤਾਂ 0.412 + 0.09 ਟੋਟਲ ਬਣ ਗਿਆ 0.502 ਮਿਲੀਮੀਟਰ। ਠੀਕ ਹੈ ਜੀ। ਤਾਂ ਇਹ ਆਪਣੀ ਸ਼ੀਟ ਦੀ ਥਿਕਨੈਸ ਆ ਗਈ। ਹੁਣ ਇੱਕ ਜੇ ਆਪਣੇ ਕੋਲੇ 0 ਤੋਂ ਜ਼ਿਆਦਾ ਹੋਵੇ ਥਿਕਨੈਸ, ਮੈਂ ਵੈਸੇ ਤੁਹਾਨੂੰ ਇੱਕ ਐਗਜ਼ਾਮਪਲ ਕਰਕੇ ਦਿਖਾਉਣਾ। ਤਾਂ ਸਕਰੂ ਗੇਜ ਹੀ ਇੱਕ, ਇਹਨੂੰ ਮੈਂ ਇਹਦੇ ਵਿੱਚ ਟਾਈਟ ਕਰ ਰਿਹਾ। ਤਾਂ ਮੈਂ ਸਕਰੂ ਗੇਜ ਨੂੰ ਟਾਈਟ ਕਰਤਾ। ਆਪਾਂ ਦੇਖਦੇ ਹਾਂ ਵੀਡੀਓ ਦਾ ਆਹ ਯੂ ਸ਼ੇਪ ਹੈ, ਇਹਦੀ ਮੋਟਾਈ ਕਿੰਨੀ ਹੈ। ਤਾਂ ਮੰਨ ਲਓ ਹੁਣ ਮੈਂ ਇਹਦੀ ਰੀਡਿੰਗ ਲੈਣੀ ਹੁੰਦੀ ਤਾਂ ਕਿੰਨੀ ਆਉਣੀ ਸੀ। ਤਾਂ ਇਸ ਦਾ ਦੇਖੋ ਮੇਨ ਸਕੇਲ ਹੈ ਜਿਹੜਾ ਉਹ ਕਿੰਨੀ ਡਿਵੀਜ਼ਨਾਂ ਸ਼ੋ ਹੋ ਰਹੀਆਂ ਨੇ। 0 ਵਾਲੀ ਲਾਈਨ ਸ਼ੋ ਹੋ ਰਹੀ ਹੈ 1 2 3, ਤਾਂ 3 ਕੰਪਲੀਟ ਡਿਵੀਜ਼ਨ ਸ਼ੋ ਹੋ ਰਹੀਆਂ ਨੇ। ਜੇ ਮੈਂ ਇਸ ਟੇਬਲ ਦੇ ਹਿਸਾਬ ਨਾਲ ਭਰਾਂ ਤਾਂ ਆਪਣੀ ਜਿਹੜੀ ਲੀਨੀਅਰ ਸਕੇਲ ਰੀਡਿੰਗ ਹੈ ਇਹ ਕਿੰਨੀ ਬਣ ਗਈ 3। ਠੀਕ ਹੈ ਜੀ। ਲੀਨੀਅਰ ਸਕੇਲ ਜਿਹੜਾ ਆਪਣਾ ਸਰਕੂਲਰ ਸਕੇਲ ਹੈ ਇਹਦੀ ਰੀਡਿੰਗ ਕਿੰਨੀ ਬਣ ਗਈ। ਤਾਂ ਆਪਾਂ ਦੇਖਦੇ ਹਾਂ 0 ਵਾਲੀ ਲਾਈਨ ਦੇ ਨਾਲ 30 ਤੋਂ ਇੱਕ ਪਿੱਛੇ, ਯਾਨੀ 29 ਵਾਲੀ ਲਾਈਨ ਕੰਸਾਈਡ ਕਰ ਰਹੀ। 30 ਤੋਂ ਇੱਕ ਪਿੱਛੇ ਵਾਲੀ ਲਾਈਨ ਕੰਸਾਈਡ ਕਰਦੀ ਹੈ, ਤਾਂ ਇਹ ਬਣ ਗਈ ਆਪਣੀ 29। ਤਾਂ ਆਪਣੀ ਥਿਕਨੈਸ ਕਿੰਨੀ ਹੋਣੀ ਸੀਗੀ, ਮੇਨ ਸਕੇਲ ਰੀਡਿੰਗ ਪਲੱਸ ਸਰਕੂਲਰ ਸਕੇਲ ਰੀਡਿੰਗ ਇੰਟੂ ਲੀਸਟ ਕਾਊਂਟ 0.01, ਇਹ ਬਣ ਜਾਣਾ ਸੀਗਾ 3.29 ਮਿਲੀਮੀਟਰ। ਠੀਕ ਹੈ। ਇਸ ਤੋਂ ਬਾਅਦ ਆਪਾਂ ਇਹ 'ਤੇ ਵੀ 3-4 ਰੀਡਿੰਗਾਂ ਲੈ ਕੇ ਮੀਨ ਕੱਢ ਕੇ ਉਸ 'ਤੇ ਕਰੈਕਸ਼ਨ ਲਾ ਸਕਦੇ ਹਾਂ ਐਰਰ ਦੀ। ਠੀਕ ਹੈ। ਤਾਂ ਆਪਣੇ ਕੋਲ ਇਹਦੀ ਥਿਕਨੈਸ ਆ ਜਾਏਗੀ। ਇਸ ਤਰੀਕੇ ਨਾਲ ਤੁਸੀਂ ਪ੍ਰੈਕਟੀਕਲ ਕਰ ਸਕਦੇ ਹੋ। ਕਈ ਵਾਰ ਸ਼ੀਟ ਦੀ ਮੈਜ਼ਰਮੈਂਟ ਲੈਣ ਵੇਲੇ ਸ਼ੀਟ ਦੀ ਮੈਜ਼ਰਮੈਂਟ ਦੇ ਵਿੱਚ ਕੁਝ ਐਰਰ ਆ ਸਕਦੇ ਹਨ। ਇਹਨਾਂ ਦੇ ਕਾਰਨ ਇਹ ਹੋ ਸਕਦੇ ਹਨ ਕਿ ਸ਼ੀਟ ਹੈ ਜਿਹੜੀ ਉਹ ਯੂਨੀਫਾਰਮ ਥਿਕਨੈਸ ਦੀ ਨਾ ਹੋਵੇ, ਯਾਨੀ ਉਹਦੀ ਥਿਕਨੈਸ ਹਰ ਜਗ੍ਹਾ 'ਤੇ ਇੱਕੋ ਜਿਹੀ ਨਾ ਹੋਵੇ। ਦੂਸਰਾ, ਬੈਕਲੈਸ਼ ਐਰਰ, ਜਿਸ ਬਾਰੇ ਆਪਾਂ ਪਹਿਲਾਂ ਵੀ ਗੱਲ ਕਰੀ ਹੈ ਕਿ ਸਕਰੂ ਕੌਸ ਵਰਗੇ ਇੰਸਟਰੂਮੈਂਟਾਂ ਵਿੱਚ ਪਲੇ ਪੈਦਾ ਹੋ ਜਾਂਦੀ ਹੈ, ਜੋ ਕਿ ਸਮੇਂ ਦੇ ਨਾਲ ਨਾਲ
ਉਸ ਦੇ ਅੰਦਰ ਸਕਰੂ ਅਤੇ ਨਟ ਦੇ ਵਿੱਚ ਫ੍ਰਿਕਸ਼ਨ ਕਰਕੇ ਹੁੰਦੀ ਹੈ। ਸੋ ਇਸ ਨੂੰ ਮਿਨੀਮਾਈਜ਼ ਕੀਤਾ ਜਾ ਸਕਦਾ ਹੈ, ਪਰ ਪੂਰੀ ਤਰ੍ਹਾਂ ਹਟਾਇਆ ਨਹੀਂ ਜਾ ਸਕਦਾ। ਧੰਨਵਾਦ।